ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 5 ਨਵੰਬਰ ਹੈ, ਦਿਨ ਸ਼ੁੱਕਰਵਾਰ ਹੈ। ਅੱਜ ਦੇ ਦਿਨ ਦੀਆਂ ਖਾਸ ਤੇ ਵੱਡੀਆਂ ਖਬਰਾਂ ਤੁਹਾਨੂੰ ਦੱਸ ਦਿੰਦੇ ਹਾਂ। ਕੱਲ ਪੂਰੇ ਭਾਰਤ ਦੇ ਵਿੱਚ ਲੱਖਾਂ ਕਰੋੜਾਂ ਲੋਕਾਂ ਨੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਮਨਾਇਆ, ਧੂਮਧਾਮ ਦੇ ਨਾਲ ਮਨਾਇਆ। ਪਰ ਇਸ ਦਰਮਿਆਨ ਕਈ ਜਿਹੜੀਆਂ ਖਬਰਾਂ ਨੇ ਅਜਿਹੀਆਂ ਵੀ ਸਾਹਮਣੇ ਆਈਆਂ ਨੇ, ਹਾਦਸੇ ਵਾਪਰੇ ਨੇ। ਜਿੱਥੇ ਸਭ ਤੋਂ ਪਹਿਲਾਂ ਸਿੰਘੂ ਬਾਰਡਰ ਦੀ ਗੱਲ ਕਰਾਂਗੇ। ਸਿੰਘੂ ਬਾਰਡਰ ਤੇ ਵੱਡਾ ਹਾਦਸਾ ਵਾਪਰਿਆ ਹੈ। ਅੱਗ ਲੱਗ ਗਈ ਕਿਸਾਨਾਂ ਦੇ ਇੱਕ ਟੈਂਟ ਦੇ ਵਿੱਚ। ਇੱਕ ਟੈਂਟ ਦੇ ਵਿੱਚ ਲੱਗੀ ਅੱਗ ਅੱਗੇ ਫੈਲਦੀ ਗਈ ਤੇ ਕਈ ਟੈਂਟਾਂ ਨੂੰ ਅੱਗ ਲੱਗ ਗਈ। ਅੱਗ ਦੇ ਨਾਲ ਕਿੰਨਾ ਕੁ ਨੁਕਸਾਨ ਹੋਇਆ ਹੈ ਇਸ ਬਾਰੇ ਹਾਲੇ ਪੂਰਾ ਪਤਾ ਤਾਂ ਨਹੀਂ ਲੱਗ ਸਕਿਆ, ਪਰ ਕਾਫੀ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ। ਹਾਲਾਂਕਿ ਜਿਹੜਾ ਹੈਗਾ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ। ਮੌਕੇ ਤੇ ਮੌਜੂਦ ਕਿਸਾਨਾਂ ਨੇ ਦੱਸਿਆ ਕਿ ਅੱਗ ਲੱਗਣ ਦੇ ਅੱਧਾ ਘੰਟਾ ਬੀਤ ਜਾਣ ਦੇ ਬਾਅਦ ਵੀ ਫਾਇਰ ਬ੍ਰਿਗੇਡ ਦੀ ਮਦਦ ਹੈ ਜਿਹੜੀ ਉਹ ਨਹੀਂ ਮਿਲੀ, ਜਿਸ ਤੋਂ ਬਾਅਦ ਕਿਸਾਨਾਂ ਨੇ ਸਖਤ ਮਿਹਨਤ ਕਰਦਿਆਂ ਖੁਦ ਹੀ ਅੱਗ ਦੇ ਉੱਤੇ ਕਾਬੂ ਪਾਇਆ। ਤੇ ਇਸ ਦੇ ਨਾਲ ਹੀ ਕਿਸਾਨਾਂ ਨੇ ਸਾਰੇ ਮੋਰਚਿਆਂ ਦੇ ਉੱਤੇ ਜਾਂ ਆਪਣੇ ਘਰਾਂ ਦੇ ਵਿੱਚ ਸ਼ਹੀਦ ਕਿਸਾਨਾਂ ਨੂੰ ਯਾਦ ਕਰਕੇ ਹੀ ਦੀਵਾਲੀ ਮਨਾਈ। ਕਿਸਾਨ ਲੀਡਰ ਨੇ ਜਿਹੜੇ ਰਾਕੇਸ਼ ਟਿਕੈਤ ਗਾਜ਼ੀਪੁਰ ਬਾਰਡਰ ਤੇ ਮੌਜੂਦ ਰਹੇ। ਬਾਕੀ ਕਿਸਾਨ ਲੀਡਰ ਆਪੋ ਆਪਣੇ ਬਾਰਡਰਾਂ ਤੇ ਜਿੱਥੇ ਡਿਊਟੀਆਂ ਲੱਗੀਆਂ ਹੋਈਆਂ ਨੇ ਉੱਥੇ ਮੌਜੂਦ ਰਹੇ ਅਤੇ ਵੱਖ-ਵੱਖ ਥਾਵਾਂ ਤੋਂ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਜਦੋਂ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਦੇ ਵਿੱਚ ਦੀਵਿਆਂ ਦੇ ਨਾਲ ਕਿਸਾਨ ਏਕਤਾ ਲਿਖ ਕੇ ਦੀਵਾਲੀ ਦੀਆਂ ਖੁਸ਼ੀਆਂ ਜਿਹੜੀਆਂ ਉਹ ਮਨਾਈਆਂ ਗਈਆਂ। ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਿਖੇ ਬੰਦੀ ਛੋੜ ਦਿਹਾੜੇ ਮੌਕੇ ਆਤਿਸ਼ਬਾਜ਼ੀ ਹੈ ਜਿਹੜੀ ਉਹ ਚਲਾਈ ਗਈ। ਰੰਗ ਬਰੰਗੀਆਂ ਰੌਸ਼ਨੀਆਂ ਦੇ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਸਜਾਇਆ ਗਿਆ ਸੀ। ਵੱਡੀ ਗਿਣਤੀ ਦੇ ਵਿੱਚ ਇੱਥੇ ਸੰਗਤ ਪਹੁੰਚੀ ਹੋਈ ਸੀ। ਸੰਗਤ ਦੇ ਵੱਲੋਂ ਇੱਥੇ ਦੀਵੇ ਬਾਲੇ ਜਾਂਦੇ ਨੇ। ਪਰਿਕਰਮਾ ਦੇ ਵਿੱਚ ਮੋਮਬੱਤੀਆਂ ਨੇ ਜਿਹੜੀਆਂ ਉਹ ਜਗਾਈਆਂ ਜਾਂਦੀਆਂ ਨੇ। 10-12 ਮਿੰਟ ਇੱਥੇ ਆਤਿਸ਼ਬਾਜ਼ੀ ਵੀ ਕੀਤੀ ਗਈ। ਹਾਲਾਂਕਿ ਇਸ ਵਾਰੀ SGPC ਨੇ ਕਿਹਾ ਸੀ ਕਿ ਜਿਹੜਾ ਸਮਾਂ ਹੈ ਉਹ ਘੱਟ ਰੱਖਿਆ ਜਾਏਗਾ। ਪਹਿਲਾਂ ਇਹ 15-20 ਮਿੰਟ ਹੁੰਦੀ ਸੀ ਤੇ ਹੁਣ 10-12 ਮਿੰਟ। ਪਰ ਫਿਰ ਵੀ ਆਤਿਸ਼ਬਾਜ਼ੀ ਦੇ ਨਾਲ ਪੋਲਿਊਸ਼ਨ ਹੈ ਜਿਹੜਾ ਉਹ ਹੁੰਦਾ ਹੀ ਹੁੰਦਾ। ਜੋ ਤੁਸੀਂ ਦਰਬਾਰ ਸਾਹਿਬ ਦੇ ਆਸ-ਪਾਸ ਜਿਹੜੀ ਵੱਡੀ ਪੱਧਰ ਤੇ ਆਤਿਸ਼ਬਾਜ਼ੀ ਦੇਖਦੇ ਹੋ, ਅਸਮਾਨ ਦੇ ਵਿੱਚ ਜਾ ਕੇ ਜਦੋਂ ਉਹ ਟੁੱਟਦੀ ਹੈ ਹੁੰਦੀ ਹੈ ਤਾਂ ਬਹੁਤ ਸੋਹਣੀ ਲੱਗਦੀ ਹੈ, ਖੂਬਸੂਰਤ ਲੱਗਦੀ ਹੈ, ਪਰ ਨਾਲ ਪ੍ਰਦੂਸ਼ਣ ਵੀ ਛੱਡ ਕੇ ਜਾਂਦੀ ਹੈ। ਤੇ ਆਤਿਸ਼ਬਾਜ਼ੀ ਜਦੋਂ ਕੀਤੀ ਜਾਂਦੀ ਹੈ ਤਾਂ ਗੁਰਬਾਣੀ ਨੂੰ ਸਹੀ ਅਰਥਾਂ ਦੇ ਵਿੱਚ ਸਮਝਣ ਵਾਲੇ ਲੋਕ ਇਸ ਦਾ ਵਿਰੋਧ ਕਰਦੇ ਵੀ ਨੇ। ਆਪਣੇ ਜਿਹੜੇ ਵਿਚਾਰ ਨੇ ਉਹ ਪ੍ਰਗਟ ਕਰਦੇ ਨੇ ਸੋਸ਼ਲ ਮੀਡੀਆ ਤੇ ਜਾਂ ਆਮ ਗੱਲਬਾਤ ਦੇ ਵਿੱਚ, ਕਿਉਂਕਿ ਗੁਰਬਾਣੀ ਹੈ ਜਿਹੜੀ ਉਹ ਗਿਆਨ ਦੇ ਚਾਨਣ ਦਾ ਦੀਵਾ ਜਗਾਉਣ ਨੂੰ ਕਹਿੰਦੀ ਹੈ। ਇਹ ਜਿਹੜਾ ਦੀਵਾ ਹੈ ਉਹਨੂੰ ਇੱਕ ਵਾਰੀ ਜਗਾਓ ਤਾਂ ਇਹ ਥੋੜ੍ਹੀ ਦੇਰ ਬਾਅਦ ਬੁੱਝ ਜਾਂਦਾ, ਕਦੇ ਵੀ ਸਥਾਈ ਦੀਵਾ ਨਹੀਂ ਰਹਿੰਦਾ। ਸੋ ਇਸ ਤਰ੍ਹਾਂ ਦੇ ਜਿਹੜੇ ਵਿਚਾਰ ਨੇ ਉਹ ਵੀ ਰੱਖੇ ਜਾਂਦੇ ਨੇ। ਦੀਵਾਲੀ ਮੌਕੇ ਬਠਿੰਡਾ ਤੋਂ ਵੀ ਇੱਕ ਖਬਰ ਆਈ ਜਿੱਥੇ ਪਿੰਡ ਜਲਾਲ ਦੇ ਵਿੱਚ ਪਟਾਕਿਆਂ ਦੇ ਅੱਧਾ ਦਰਜਨ ਸਟਾਲਾਂ ਨੂੰ ਭਿਆਨਕ ਅੱਗ ਲੱਗ ਗਈ। ਦੀਵਾਲੀ ਮੌਕੇ ਲੋਕ ਪਟਾਕਿਆਂ ਦੇ ਸਟਾਲਾਂ ਤੋਂ ਪਟਾਕੇ ਤੇ ਹੋਰ ਸਜਾਵਟ ਦਾ ਸਮਾਨ ਖਰੀਦ ਰਹੇ ਸੀ ਕਿ ਅਚਾਨਕ ਇੱਕ ਸਟਾਲ ਤੇ ਪਏ ਪਟਾਕਿਆਂ ਨੂੰ ਅੱਗ ਪੈ ਗਈ, ਜਿਸ ਤੋਂ ਬਾਅਦ ਅੱਗ ਨੇ ਤਕਰੀਬਨ 6-7 ਦੁਕਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਦੌਰਾਨ ਲੋਕਾਂ ਵਿੱਚ ਹਫੜਾ ਦਫੜੀ ਮਚ ਗਈ ਤੇ ਬੜੀ ਮੁਸ਼ਕਿਲ ਦੇ ਨਾਲ ਕਾਬੂ ਪਾਇਆ ਗਿਆ। ਜਾਨੀ ਨੁਕਸਾਨ ਤੋਂ ਤਾਂ ਬਚਾ ਰਿਹਾ, ਪਰ ਲੱਖਾਂ ਰੁਪਏ ਦੇ ਪਟਾਕੇ ਸੜ ਕੇ ਸੁਆਹ ਹੋ ਗਏ। ਇੱਥੇ ਬੜੀ ਨੁਕਤੇ ਵਾਲੀ ਗੱਲ ਹੈ ਕਿ ਪਟਾਕਿਆਂ ਨੇ ਸੜਨਾ ਹੀ ਹੁੰਦਾ ਹੈ, ਜਾਂ ਤਾਂ ਉਹਨੂੰ ਅਸੀਂ ਖੁਦ ਅੱਗ ਲਾਉਂਦੇ ਹਾਂ ਕਿਉਂਕਿ ਉਹਨਾਂ ਦੇ ਅੰਦਰ ਬਰੂਦ ਹੁੰਦਾ। ਅਸੀਂ ਪੈਸਿਆਂ ਦੇ ਨਾਲ ਬਰੂਦ ਖਰੀਦ ਕੇ ਉਹਨਾਂ ਨੂੰ ਅੱਗ ਲਾ ਦਿੰਦੇ ਹਾਂ, ਯਾਨੀ ਕਿ ਪੈਸਿਆਂ ਨੂੰ ਹੀ ਅੱਗ ਲਾ ਦਿੰਦੇ ਹਾਂ। ਤੇ ਜਦੋਂ ਅਜਿਹੇ ਹਾਦਸੇ ਵਾਪਰਦੇ ਨੇ ਤਾਂ ਫਿਰ ਇਹ ਪਟਾਕੇ ਅੱਗ ਲੱਗਣ ਕਰਕੇ ਵੱਡਾ ਨੁਕਸਾਨ ਵੀ ਕਰ ਦਿੰਦੇ ਨੇ। ਮੁੱਖ ਮੰਤਰੀ ਚੰਨੀ ਨੇ ਇੰਦਰਾ ਕਲੋਨੀ ਦੇ ਲੋੜਵੰਦ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਦੀਵਾਲੀ ਦੇ ਮੌਕੇ ਦੀਵੇ ਜਗਾਏ ਅਤੇ ਉਹਨਾਂ ਨੂੰ ਘਰਾਂ ਦੇ ਮਾਲਕਾਨਾ ਹੱਕਾਂ ਦੀਆਂ ਸਨਦਾਂ ਸੌਂਪੀਆਂ। ਇਸ ਮੌਕੇ ਮੁੱਖ ਮੰਤਰੀ ਨੇ ਚਮਕੌਰ ਸਾਹਿਬ ਦੀਆਂ ਸਾਰੀਆਂ ਸਟਰੀਟ ਲਾਈਟਾਂ ਨੂੰ ਬਦਲ ਕੇ LED ਲਾਈਟਾਂ ਲਾਉਣ ਲਈ 2.5 ਕਰੋੜ ਰੁਪਏ ਦਾ ਐਲਾਨ ਵੀ ਕੀਤਾ ਤਾਂ ਜੋ ਇਤਿਹਾਸਿਕ ਸ਼ਹਿਰ ਦੀ ਦਿੱਖ ਪੂਰੀ ਤਰ੍ਹਾਂ ਬਦਲੀ ਜਾ ਸਕੇ। ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਕੇਦਾਰਨਾਥ ਜਾ ਕੇ ਆਏ ਨੇ। ਆਪਣੇ ਰੋਸੇ ਨੇ ਜਿਹੜੇ ਉਹ ਘਟਾਉਣ ਦੇ ਲਈ, ਦੂਰੀਆਂ ਘਟਾਉਣ ਦੇ ਲਈ। ਤੇ ਹੁਣ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੇਦਾਰਨਾਥ ਦੀ ਯਾਤਰਾ ਤੇ ਜਾ ਰਹੇ ਨੇ ਤੇ ਉੱਥੇ ਪੂਜਾ ਅਰਚਨਾ ਕਰਨਗੇ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਨੂੰ ਕੁਝ ਹੋਰ ਖਬਰਾਂ ਦੱਸ ਦਿੰਦੇ ਆ। ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਤਸਵੀਰਾਂ ਤੁਹਾਨੂੰ ਸਭ ਤੋਂ ਪਹਿਲਾਂ ਦਿਖਾਉਣੇ ਹਾਂ। ਦੀਵਾਲੀ ਖਾਸ ਤੌਰ ਤੇ ਹਿੰਦੂ ਭਾਈਚਾਰੇ ਦੇ ਵੱਲੋਂ ਮਨਾਇਆ ਜਾਣ ਵਾਲਾ ਤਿਉਹਾਰ ਹੈ। ਪੂਰੇ ਭਾਰਤ ਦੇ ਵਿੱਚ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ। ਖਾਸ ਤੌਰ ਤੇ ਇਹ ਰੌਸ਼ਨੀਆਂ ਦਾ ਤੇ ਖੁਸ਼ੀਆਂ ਦਾ ਤਿਉਹਾਰ ਮੰਨਿਆ ਜਾਂਦਾ ਹੈ। ਇਸ ਦਿਨ ਭਗਵਾਨ ਰਾਮ ਚੰਦਰ 14 ਸਾਲਾਂ ਦਾ ਬਣਵਾਸ ਕੱਟ ਕੇ ਅਯੁੱਧਿਆ ਵਾਪਸ ਪਰਤੇ ਸੀ ਤੇ ਉਹਨਾਂ ਦੇ ਵਾਪਸ ਪਰਤਣ ਦੀ ਖੁਸ਼ੀ ਦੇ ਵਿੱਚ ਲੋਕਾਂ ਨੇ ਦੀਵੇ ਜਗਾਏ ਸੀ। ਪਟਾਕੇ ਚਲਾਉਣ ਦਾ ਕੋਈ ਰਿਵਾਜ ਨਹੀਂ ਸੀ।
ਅੱਜ-ਕੱਲ ਪਟਾਕਿਆਂ ਦਾ ਰਿਵਾਜ ਹੋ ਗਿਆ ਤੇ ਪਟਾਕੇ ਇੰਨਾ ਕੁ ਜ਼ਿਆਦਾ ਪ੍ਰਦੂਸ਼ਣ ਕਰਦੇ ਨੇ ਕਿ ਅਸੀਂ ਪੂਰੀ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਸੋਹਣੇ ਵਾਤਾਵਰਣ ਨੂੰ ਖਾ ਰਹੇ ਹਾਂ। ਅਸੀਂ ਵਾਰੀ-ਵਾਰੀ ਇਹੀ ਅਪੀਲ ਕਰ ਰਹੇ ਹਾਂ ਲਗਾਤਾਰ 2-3 ਦਿਨਾਂ ਤੋਂ ਕਿ ਪਟਾਕੇ ਨਾ ਚਲਾਇਓ, ਬਰੂਦ ਨੂੰ ਅੱਗ ਨਾ ਲਾਇਓ। ਬਰੂਦ ਕਹਿ ਲਓ ਚਾਹੇ ਆਪਣੇ ਪੈਸਿਆਂ ਨੂੰ, ਮਿਹਨਤ ਨਾਲ ਕੀਤੇ ਪੈਸਿਆਂ ਨੂੰ ਤੁਸੀਂ ਅੱਗ ਲਾ ਦਿੰਦੇ ਹੋ, ਸੋ ਉਹ ਜ਼ਰੂਰ ਨਾ ਕਰਿਓ। ਤੇ ਇਸ ਵਾਰ ਦੀ ਦੀਵਾਲੀ ਦੀ ਜੇ ਗੱਲ ਕਰ ਲਈਏ ਤਾਂ ਕਰੋਨਾ ਦੀ ਲੰਬੀ ਮਾਰ ਦੇ ਵਿੱਚੋਂ ਬਾਹਰ ਨਿਕਲੇ ਲੋਕਾਂ ਨੇ ਇਸ ਵਾਰੀ ਬੜੇ ਚਾਵਾਂ ਦੇ ਨਾਲ ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਮਨਾਇਆ। ਤੇ ਇੱਕ ਦਿਨ ਪਹਿਲਾਂ ਹੀ ਮੇਰੀ ਗੱਲ ਹੋ ਰਹੀ ਸੀ ਕਿਸੇ ਧਾਰਮਿਕ ਸ਼ਖਸੀਅਤ ਦੇ ਨਾਲ। ਕਹਿੰਦੇ ਸੀ ਲੋਕਾਂ ਨੂੰ ਪਤਾ ਨਹੀਂ ਕੀ ਹੋ ਗਿਆ, ਬੜੇ ਭੱਜੇ ਤੁਰੇ ਫਿਰਨ ਡੇ ਆ, ਅਸੀਂ ਤਾਂ ਕਹਿੰਦੇ ਚੁੱਪਚਾਪ ਬੈਠੇ ਆ। ਖੈਰ ਇਸ ਵਾਰੀ ਬਾਜ਼ਾਰਾਂ ਦੇ ਵਿੱਚ ਵੀ ਵਰਿਆਂ ਦੇ ਬਾਅਦ ਇੰਨੀ ਰੌਣਕ ਵੇਖਣ ਨੂੰ ਮਿਲੀ ਹੈ। ਦੁਕਾਨਦਾਰਾਂ ਦੀ ਚਾਂਦੀ ਲੱਗੀ ਹੋਈ ਹੈ। ਹਾਲਾਂਕਿ ਦੁਕਾਨਦਾਰ ਪਹਿਲਾਂ ਡਰ ਰਹੇ ਸੀ, ਉਹਨਾਂ ਨੇ ਮਿਠਾਈਆਂ ਦਾ ਵੀ ਘੱਟ ਪ੍ਰਬੰਧ ਕੀਤਾ ਸੀ, ਹਰ ਚੀਜ਼ ਦਾ ਘੱਟ ਪ੍ਰਬੰਧ ਕੀਤਾ ਸੀ ਕਿ ਲੋਕ ਪਤਾ ਨਹੀਂ ਖਰੀਦਦਾਰੀ ਕਰਨਗੇ ਜਾਂ ਫਿਰ ਨਹੀਂ। ਫਿਰ ਜਿਹੜਾ ਹੈਗਾ ਮਿੰਟੋ ਮਿੰਟੀ ਉਹਨਾਂ ਨੇ ਪ੍ਰਬੰਧ ਹੈ ਜਿਹੜਾ ਆਪਣਾ ਜ਼ਿਆਦਾ ਵਧਾ ਲਿਆ। ਜੋ ਦੇਖਿਆ ਕਿ ਗਾਹਕ ਬਹੁਤ ਜ਼ਿਆਦਾ ਆ ਰਿਹਾ ਬਾਜ਼ਾਰਾਂ ਦੇ ਵਿੱਚ, ਇੰਨੀ ਜ਼ਿਆਦਾ ਭੀੜ ਸਭ ਕਿਤੇ ਦੇਖਣ ਨੂੰ ਮਿਲ ਰਹੀ ਸੀ ਕਿ ਤਿਲ ਸੁੱਟਣ ਨੂੰ ਥਾਂ ਨਹੀਂ ਦਿਖਦਾ ਸੀ। ਤੇ ਗੱਡੀਆਂ ਦੀ ਪਾਰਕਿੰਗ ਦਾ ਤਾਂ ਬਹੁਤ ਹੀ ਔਖਾ ਹੋ ਗਿਆ ਸੀ। ਵੱਡੇ ਵੱਡੇ ਜਾਮ ਵੱਡੇ ਸ਼ਹਿਰਾਂ ਦੇ ਵਿੱਚ ਲੱਗੇ ਦੇਖੇ ਗਏ। ਇਸ ਵਾਰੀ ਸੋਨੇ ਦੀ ਵਿਕਰੀ ਨੇ ਵੀ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਨੇ। ਇੱਕ ਹਫ਼ਤੇ ਵਿੱਚ ਹੀ 175 ਟਨ ਸੋਨਾ ਵਿਕਿਆ। ਚਾਂਦੀ ਦੀ ਵਿਕਰੀ ਵੀ ਪਿਛਲੇ ਸਾਲਾਂ ਨੂੰ ਮਾਤ ਪਾ ਗਈ ਹੈ। ਕਾਰਾਂ ਦੀ ਵਿਕਰੀ ਨੂੰ ਵੀ ਆਸ ਨਾਲੋਂ ਵੱਧ ਹੁੰਗਾਰਾ ਮਿਲਿਆ। ਇਲੈਕਟ੍ਰੋਨਿਕਸ ਦਾ ਸਮਾਨ ਖਰੀਦਣ ਨੂੰ ਵੀ ਲੋਕਾਂ ਨੇ ਪਹਿਲ ਦਿੱਤੀ ਹੈ। LED ਫ੍ਰਿਜ ਅਤੇ ਵਾਸ਼ਿੰਗ ਮਸ਼ੀਨ ਸਮੇਤ ਹੋਰ ਕਈ ਤਰ੍ਹਾਂ ਦਾ ਸਮਾਨ ਵੀ ਲੋਕਾਂ ਨੇ ਦਿਲ ਖੋਲ ਕੇ ਖਰੀਦਿਆ। ਤੋਹਫਿਆਂ ਦਾ ਆਦਾਨ ਪ੍ਰਦਾਨ ਤਾਂ ਕਈ ਦਿਨਾਂ ਤੋਂ ਚੱਲ ਰਿਹਾ ਹੈ। ਲੋਕਾਂ ਦੇ ਘਰ ਲਾਈਟਾਂ ਤੇ ਦੀਵਿਆਂ ਦੇ ਨਾਲ ਪੂਰੀ ਤਰ੍ਹਾਂ ਜਗਮਗਾ ਰਹੇ ਨੇ। ਉਂਝ ਆਮ ਲੋਕ ਮਹਿੰਗਾਈ ਦੀ ਮਾਰ ਅੰਦਰੋਂ ਤਾਂ ਮਹਿਸੂਸ ਕਰ ਰਹੇ ਨੇ, ਪਰ ਫਿਰ ਵੀ ਆਪਣੇ ਚਾਅ ਪੂਰੇ ਕਰਨ ਲਈ ਦਿਲ ਖੋਲ ਕੇ ਖਰੀਦੋ ਫਰੋਖਤ ਇਸ ਵਾਰੀ ਲੋਕਾਂ ਨੇ ਕੀਤੀ। ਇਸੇ ਦੌਰਾਨ PGI ਨੇ ਲੋਕਾਂ ਨੂੰ ਸੁਰੱਖਿਅਤ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ ਅਤੇ PGI ਨੇ ਲੰਘੇ ਕੱਲ ਤੋਂ ਐਡਵਾਂਸਡ ਆਈ ਸੈਂਟਰ ਦੇ ਵਿੱਚ ਦਿਨ ਰਾਤ ਦੀਆਂ ਐਮਰਜੈਂਸੀ ਸੇਵਾਵਾਂ ਵੀ ਸ਼ੁਰੂ ਕਰ ਦਿੱਤੀਆਂ ਨੇ। PGI ਦਾ ਐਡਵਾਂਸਡ ਆਈ ਸੈਂਟਰ ਉੱਤਰੀ ਭਾਰਤ ਦਾ ਸਭ ਤੋਂ ਆਧੁਨਿਕ ਧੁਰਾ ਹੈ, ਜਿੱਥੇ ਜੰਮੂ ਤੋਂ ਲੈ ਕੇ ਹਿਮਾਚਲ ਤੱਕ ਪਟਾਕਿਆਂ ਨਾਲ ਅੱਖਾਂ ਦੀ ਸੱਟ ਵਾਲੇ ਮਰੀਜ਼ ਹਰ ਸਾਲ ਇਲਾਜ ਦੇ ਲਈ ਆਉਂਦੇ ਨੇ। ਗੱਲ ਕਰਾਂਗੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀਆਂ ਰੌਣਕਾਂ ਦੀ। ਹਾਲਾਂਕਿ ਇੱਥੇ ਹਮੇਸ਼ਾ ਅਜਿਹਾ ਅਸਥਾਨ ਹੈ ਸਰਬ ਸਾਂਝੀਵਾਲਤਾ ਦਾ ਸੁਨੇਹਾ ਦੇਣ ਵਾਲਾ, ਹਮੇਸ਼ਾ ਇੱਥੇ ਰੌਣਕ ਰਹਿੰਦੀ ਹੈ ਅਤੇ ਬੰਦੀ ਛੋੜ ਦਿਵਸ ਮੌਕੇ ਤਾਂ ਇੱਥੋਂ ਦੀਆਂ ਰੌਣਕਾਂ ਨੂੰ ਚਾਰ ਚੰਨ ਲੱਗ ਜਾਂਦੇ ਨੇ। ਤੇ ਬੰਦੀ ਛੋੜ ਦਿਵਸ ਹੈ ਜਿਹੜਾ ਉਹ ਸਿੱਖ ਧਰਮ ਦੇ ਵੱਲੋਂ ਮਨਾਇਆ ਜਾਂਦਾ ਹੈ। ਦੀਵਾਲੀ ਵਾਲੇ ਦਿਨ ਹੀ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਹੈ। 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਇਸ ਦਿਨ ਜਹਾਂਗੀਰ ਦੀ ਕੈਦ ਦੇ ਵਿੱਚੋਂ ਰਿਹਾ ਹੋ ਕੇ ਆਏ ਸੀ। ਗੁਰੂ ਸਾਹਿਬ ਨੂੰ ਜਦੋਂ ਛਿੱਥੇ ਪਏ ਜਹਾਂਗੀਰ ਨੇ ਰਿਹਾ ਕੀਤਾ ਸੀ ਗਵਾਲੀਅਰ ਦੇ ਕਿਲੇ ਦੇ ਵਿੱਚੋਂ, ਤਾਂ ਗੁਰੂ ਸਾਹਿਬ ਨੇ ਇੱਕ ਸ਼ਰਤ ਰੱਖੀ ਸੀ ਕਿ ਜਿੰਨੇ ਜਿਹੜੇ ਪਹਾੜੀ ਰਾਜੇ ਹੈਗੇ ਨੇ ਉਹ ਵੀ ਤੁਸੀਂ ਰਿਹਾ ਕਰੋ, ਬਿਨਾਂ ਮਤਲਬ ਤੋਂ ਧੱਕੇ ਦੇ ਨਾਲ, ਜ਼ੁਲਮ ਦੇ ਨਾਲ ਜਿਨ੍ਹਾਂ ਨੂੰ ਕੈਦ ਕੀਤਾ ਹੋਇਆ। ਤਾਂ ਗੁਰੂ ਸਾਹਿਬ ਦੇ 52 ਕਲੀਆਂ ਵਾਲਾ ਝੋਲਾ ਪਾਇਆ ਸੀ ਤੇ ਕਲੀਆਂ ਫੜ ਕੇ ਜਹਾਂਗੀਰ ਨੇ ਕਿਹਾ ਸੀ ਕਿ ਜਿੰਨੇ ਰਿਹਾ ਹੋ ਸਕਦੇ ਨੇ ਹੋ ਜਾਓ। ਤਾਂ 52 ਰਾਜੇ ਰਿਹਾ ਹੋਏ ਸੀ। ਸੋ ਗੁਰੂ ਸਾਹਿਬ ਦੇ ਵਾਪਸ ਪਰਤਣ ਦੀ ਖੁਸ਼ੀ ਦੇ ਵਿੱਚ ਉਸ ਦਿਨ ਜਿਹੜੇ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਵਿੱਚ ਲੋਕਾਂ ਨੇ ਦੀਵੇ ਬਾਲੇ ਸੀ ਤੇ ਹੁਣ ਵੀ ਦੀਵੇ ਬਾਲ ਕੇ ਇਹ ਤਿਉਹਾਰ ਮਨਾਇਆ ਜਾਂਦਾ ਹੈ, ਪਰ ਪਟਾਕੇ ਵੀ ਖੂਬ ਸਾੜੇ ਜਾਂਦੇ ਨੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਨੇ, ਰਾਤ ਦੀਆਂ ਮਨਮੋਹਕ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੰਦੀ ਛੋੜ ਦਿਵਸ ਮੌਕੇ ਦੀਆਂ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਸਾਰੀ ਸੰਗਤ ਨੂੰ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ। ਜਥੇਦਾਰ ਹਰਪ੍ਰੀਤ ਸਿੰਘ ਨੇ ਬੰਦੀ ਛੋੜ ਦਿਵਸ ਦਾ ਸੰਖੇਪ ਇਤਿਹਾਸ ਦੱਸਿਆ ਕਿ ਕਿਵੇਂ 6ਵੇਂ ਪਾਤਸ਼ਾਹ ਨੇ ਆਪਣੇ ਨਾਲ 52 ਰਾਜਿਆਂ ਨੂੰ ਰਿਹਾ ਕਰਵਾਇਆ। ਜਥੇਦਾਰ ਨੇ ਅਕਾਲ ਪੁਰਖ ਅੱਗੇ ਹਰ ਕਿਸੇ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਿੱਖ ਪੰਥ ਦਾ ਅਹਿਮ ਦਿਹਾੜਾ। ਮੇਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਿਸ ਵਕਤ ਗਵਾਲੀਅਰ ਦੇ ਕਿਲੇ ਦੇ ਵਿੱਚ ਰਾਜਸੀ ਕੈਦੀ ਸੀ, ਤਾਂ ਉੱਥੇ ਉਹਨਾਂ ਦੇ ਨਾਲ 52 ਹਿੰਦੂ ਰਾਜਸੀ ਕੈਦੀ ਜਿਹੜੇ ਹੈ ਉਹ ਵੀ ਬੰਦ ਸਨ। ਗਵਾਲੀਅਰ ਦੇ ਕਿਲੇ ਦਾ ਇਹ ਇਤਿਹਾਸ ਹੈ ਔਰ ਖਾਸੀਅਤ ਹੈ ਕਿ ਉੱਥੇ ਭਾਰਤ ਭਰ ਦੇ ਮੁਗਲ ਦੌਰ ਦੇ ਵਿੱਚ ਰਾਜਸੀ ਜਿਹੜੇ ਰਾਜੇ ਹੁੰਦੇ ਸੀ ਉਹ ਕੈਦ ਕੀਤੇ ਜਾਂਦੇ ਸੀ। ਔਰ ਇਹ ਵੀ ਗਵਾਲੀਅਰ ਦੇ ਕਿਲੇ ਦਾ ਇੱਕ ਇਤਿਹਾਸ ਹੈ ਕਿ ਉੱਥੇ ਜਿਹੜਾ ਵੀ ਰਾਜਸੀ ਕੈਦੀ ਬੰਦੀ ਬਣਾਇਆ ਜਾਂਦਾ ਸੀ ਉਹ ਕਦੇ ਜਿਉਂਦਾ ਵਾਪਸ ਨਹੀਂ ਸੀ ਆਉਂਦਾ। ਇਹ ਪਹਿਲੀ ਵਾਰੀ ਹੋਇਆ ਕਿ ਮੇਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਹਕੂਮਤ ਜਿਹੜੀ ਆ ਉਹ ਰਿਹਾ ਕਰਨ ਦੇ ਲਈ ਮਜਬੂਰ ਹੋਈ। ਆਮ ਤੌਰ ਦੇ ਉੱਤੇ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਜਾਂ ਆਮ ਹੀ ਅੱਜ ਦੇਖਦੇ ਹਾਂ ਕਿ ਜਦੋਂ ਸਰਕਾਰ ਨੇ ਕਿਸੇ ਕੈਦੀ ਨੂੰ ਰਿਹਾ ਕਰਨਾ ਹੁੰਦਾ ਤੇ ਸਰਕਾਰ ਸ਼ਰਤ ਲਾਉਂਦੀ ਹੈ ਤੇ ਕੈਦੀ ਸ਼ਰਤਾਂ ਮੰਨਦੇ ਆ।
ਪਰ ਇੱਥੇ ਉਲਟੀ ਗੰਗਾ ਵਹੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਰਿਹਾ ਹੋਣ ਦੇ ਲਈ ਸ਼ਰਤ ਲਾਈ ਕਿ ਸਾਡੇ ਨਾਲ 52 ਜਿਹੜੇ ਹਿੰਦੂ ਰਾਜੇ ਕੈਦ ਨੇ ਇਹ ਵੀ ਰਿਹਾ ਹੋਣਗੇ। ਔਰ ਹਕੂਮਤ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਇਹ ਬਚਨ ਜਿਹੜਾ ਸੀ ਉਹ ਮੰਨਣਾ ਪਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਿਹਾ ਹੋਏ ਔਰ ਨਾਲ ਆਪਣੇ 52 ਹਿੰਦੂ ਰਾਜਸੀ ਕੈਦੀ ਜਿਹੜੇ ਕੈਦ ਸਨ ਔਰ ਸਖਤ ਸਜ਼ਾਵਾਂ ਭੁਗਤ ਰਹੇ ਸਨ, ਉਹਨਾਂ ਨੂੰ ਵੀ ਬਾਹਰ ਲੈ ਕੇ ਆਏ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਇੱਕ ਤਖੱਲਸ ਬੰਦੀ ਛੋੜ ਦਾਤਾ ਇਹ ਪੂਰੇ ਵਿਸ਼ਵ ਦੇ ਵਿੱਚ ਪ੍ਰਸਿੱਧ ਹੋਇਆ। ਔਰ ਅੱਜ ਵੀ ਅਸੀਂ ਬੜੇ ਮਾਣ ਸਨਮਾਨ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਜਿੱਥੇ ਮੇਰੀ ਪੀਰੀ ਦੇ ਮਾਲਕ ਆਖਦੇ ਹਾਂ ਉੱਥੇ ਦਾਤਾ ਬੰਦੀ ਛੋੜ ਵੀ ਆਖਦੇ ਹਾਂ। ਅਤੇ ਜਦੋਂ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਪੁੱਜੇ ਅਤੇ ਅੱਜ ਦੇ ਦਿਨ ਖੁਸ਼ੀ ਦਾ ਇਜ਼ਹਾਰ ਕੀਤਾ ਸਿੱਖ ਸੰਗਤ ਨੇ, ਦੇਸੀ ਘਿਓ ਦੇ ਦੀਵੇ ਬਾਲ ਕੇ ਖੁਸ਼ੀਆਂ ਦਾ ਪ੍ਰਗਟਾਵਾ ਕੀਤਾ। ਕਿਉਂਕਿ ਜਦੋਂ ਵੀ ਕੋਈ ਇਨਸਾਨ ਖੁਸ਼ੀ ਜਾਂ ਗਮੀ ਦਾ ਪ੍ਰਗਟਾਵਾ ਕਰਦਾ ਹੈ, ਇਜ਼ਹਾਰ ਕਰਦਾ ਹੈ, ਅਤੇ ਉਹ ਕੁਝ ਨਾ ਕੁਝ ਜਿਹੜਾ ਹੈ ਉਹ ਕਰਮ ਕਰਦਾ ਹੈ। ਖੁਸ਼ੀ ਦੇ ਇਜ਼ਹਾਰ ਦੇ ਵਿੱਚ ਦੀਵੇ ਜਗਾਏ, ਦੀਪਮਾਲਾ ਕੀਤੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ। ਔਰ ਅੱਜ ਉਹ ਮਹਾਨ ਪਾਵਨ ਪਵਿੱਤਰ ਬੰਦੀ ਛੋੜ ਦਿਵਸ ਹੈ। ਮੈਂ ਸਮੁੱਚੇ ਸਿੱਖ ਜਗਤ ਨੂੰ ਇਸ ਮਹਾਨ ਬੰਦੀ ਛੋੜ ਦਿਵਸ ਦੀਆਂ ਬਹੁਤ ਵਧਾਈਆਂ ਦਿੰਦਾ ਔਰ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਕਿ ਹਰ ਮਨੁੱਖ ਦੇ ਵਿਹੜੇ ਦੇ ਵਿੱਚ ਖੁਸ਼ੀਆਂ ਦੇ ਦੀਵੇ ਬਲ ਅਤੇ ਹਰ ਇੱਕ ਇਨਸਾਨ ਜਿਹੜਾ ਸੰਸਾਰ ਦਾ ਵਿਤਕਰੇਬਾਜ਼ੀਆਂ, ਈਰਖਾ, ਨਫ਼ਰਤ ਤੋਂ ਰਹਿਤ ਹੋ ਕੇ ਖੁਸ਼ੀਆਂ ਦੇ ਨਾਲ ਜ਼ਿੰਦਗੀ ਬਸਰ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਵੀ ਸਾਰੀ ਸਿੱਖ ਸੰਗਤ ਨੂੰ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ। ਬੀਬੀ ਜਗੀਰ ਕੌਰ ਨੇ ਸਾਰੀ ਸੰਗਤ ਨੂੰ ਬਾਣੀ ਤੇ ਬਾਣੇ ਦੇ ਨਾਲ ਜੁੜਨ ਦੀ ਅਪੀਲ ਕੀਤੀ ਅਤੇ ਪੰਥ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਗੱਲ ਕਰਾਂਗੇ ਕਿਸਾਨ ਮੋਰਚਿਆਂ ਦੀ। ਕਿਸਾਨਾਂ ਨੇ ਸਾਰੇ ਦੇਸ਼ ਵਾਸੀਆਂ ਨੂੰ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਤੇ ਇਸ ਦੀਵਾਲੀ ਨੂੰ ਜਿਹੜਾ ਸੰਘਰਸ਼ ਦੇ ਸ਼ਹੀਦ ਕਿਸਾਨ ਹੈਗੇ ਨੇ ਉਹਨਾਂ ਦੇ ਨਾਮ ਤੇ ਦੀਵੇ ਜਗਾ ਕੇ ਕਿਸਾਨਾਂ ਨੇ ਮਨਾਇਆ, ਸ਼ਰਧਾਂਜਲੀਆਂ ਭੇਂਟ ਕੀਤੀਆਂ। ਕਿਸਾਨ ਮੋਰਚੇ ਨੇ ਦੱਸਿਆ ਕਿ ਸਾਰੇ ਵਿਰੋਧ ਸਥਾਨਾਂ ਤੇ ਇਕੱਲੇ ਪੰਜਾਬ ਦੇ ਵਿੱਚ 100 ਤੋਂ ਵੱਧ ਅਤੇ ਹੋਰ ਸੂਬਿਆਂ ਦੇ ਵਿੱਚ ਵੀ ਕਈ ਟੋਲ ਪਲਾਜ਼ਿਆਂ ਤੇ ਹੋਰ ਥਾਵਾਂ ਤੇ ਪੂਰੇ ਭਾਰਤ ਦੇ ਵਿੱਚ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ, ਦੀਵੇ ਬਾਲ ਕੇ ਸ਼ਰਧਾਂਜਲੀ ਦਿੱਤੀ ਗਈ। ਇਸ ਇਤਿਹਾਸਿਕ ਅੰਦੋਲਨ ਦੇ ਵਿੱਚ ਹੁਣ ਤੱਕ 650 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਨੇ, ਜਿਨ੍ਹਾਂ ਨੂੰ ਮੋਦੀ ਸਰਕਾਰ ਆਪਣੇ ਜ਼ੋਖਮ ਤੇ ਨਜ਼ਰ ਅੰਦਾਜ਼ ਕਰ ਰਹੀ ਹੈ। ਕਹਿੰਦੇ ਅੰਦੋਲਨ ਉਦੋਂ ਤੱਕ ਮਜ਼ਬੂਤ ਹੋਵੇਗਾ ਜਦੋਂ ਤੱਕ ਬੀਜੇਪੀ ਕੋਈ ਸਬਕ ਨਹੀਂ ਸਿੱਖਦੀ, ਕਿਸਾਨ ਵਿਰੋਧੀ ਨੀਤੀਆਂ ਨੂੰ ਵਾਪਸ ਨਹੀਂ ਲੈਂਦੀ। ਸੋ ਸਿੰਘੂ ਬਾਰਡਰ ਤੇ ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਪਹੁੰਚੇ। ਬੱਬੂ ਮਾਨ ਨੇ ਇੱਥੇ ਪਹੁੰਚ ਕੇ ਕਿਸਾਨਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ, ਸਟੇਜ ਤੋਂ ਪੇਸ਼ਕਾਰੀ ਵੀ ਦਿੱਤੀ। ਤੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਮੌਕੇ ਸਿਰਫ ਗਾਇਕ, ਅਦਾਕਾਰ, ਕਲਾਕਾਰ ਹੀ ਨਹੀਂ ਬਲਕਿ ਕਈ ਹਿੱਸਿਆਂ ਤੋਂ, ਭਾਰਤ ਦੇ ਕਈ ਹਿੱਸਿਆਂ ਤੋਂ ਲੋਕ ਵੀ ਪਹੁੰਚੇ ਨੇ ਦੀਵਾਲੀ, ਜਿਨ੍ਹਾਂ ਨੇ ਕਿਸਾਨਾਂ ਦੇ ਨਾਲ ਮਨਾਈ ਹੈ। ਕਿਸਾਨਾਂ ਨੇ ਵੀ ਇੱਥੇ ਲੋੜਵੰਦ ਲੋਕਾਂ ਨੂੰ ਮਿਠਾਈਆਂ ਵੰਡ ਕੇ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਜਿਹੜੀਆਂ ਖੁਸ਼ੀਆਂ ਨੇ ਉਹ ਸਾਂਝੀਆਂ ਕੀਤੀਆਂ ਨੇ ਬੰਦੀ ਛੋੜ ਦਿਵਸ ਮੌਕੇ। ਇਸ ਮੌਕੇ BBC ਪੰਜਾਬੀ ਨੇ ਸਿੰਘੂ ਬਾਰਡਰ ਤੇ ਧਰਨਾ ਲਾਈ ਬੈਠੇ ਕਿਸਾਨਾਂ ਦੇ ਵਿੱਚੋਂ ਇੱਕ ਬਾਪੂ ਬਜ਼ੁਰਗ ਨਛੱਤਰ ਸਿੰਘ ਗਰੇਵਾਲ ਨੂੰ ਰਿਕਾਰਡ ਕੀਤਾ ਹੈ, ਜਿਹੜੇ ਪਿਛਲੇ 11 ਮਹੀਨਿਆਂ ਤੋਂ ਸਿੰਘੂ ਬਾਰਡਰ ਤੇ ਮੋਰਚਾ ਲਾ ਕੇ ਬੈਠੇ ਨੇ। ਦੀਵਾਲੀ ਮੌਕੇ ਵੀ ਘਰ ਨਹੀਂ ਗਏ। ਕਹਿੰਦੇ ਪਿਛਲੇ 11 ਮਹੀਨਿਆਂ ਦੇ ਵਿੱਚ ਅਸੀਂ ਪੁਲਿਸ ਦੇ ਡੰਡੇ, ਅਥਰੂ ਗੈਸ, ਠੰਡ, ਗਰਮੀ, ਮੀਂਹ, ਹਨੇਰੀਆਂ ਤੇ ਕਰੋਨਾ ਦੀ ਬਿਮਾਰੀ ਦੇਖੀ ਹੈ, ਪਰ ਇਸ ਦੌਰਾਨ ਕਦੇ ਵੀ ਦਿਲ ਘਰ ਜਾਣ ਨੂੰ ਨਹੀਂ ਕੀਤਾ। 85 ਸਾਲ ਦੇ ਨਛੱਤਰ ਸਿੰਘ ਦਾ ਦਾਅਵਾ ਹੈ ਕਿ ਪਿਛਲੇ 11 ਮਹੀਨਿਆਂ ਤੋਂ ਸਿੰਘੂ ਬਾਰਡਰ ਤੇ ਡਟੇ ਹੋਏ ਨੇ। ਸਿਰਫ 5 ਦਿਨਾਂ ਦੇ ਲਈ ਉਹ ਬਿਮਾਰ ਹੋਣ ਕਰਕੇ ਘਰ ਗਏ ਸੀ, ਪਿੰਡ ਗਏ ਸੀ। ਕਿਸਾਨ ਕਹਿੰਦੇ ਨੇ ਕਿ ਹੁਣ ਬਾਰਡਰਾਂ ਤੇ ਹੀ ਸਾਡਾ ਪਰਿਵਾਰ ਵਸ ਗਿਆ, ਇਹੀ ਸਾਡੇ ਘਰ ਨੇ, ਇਹੀ ਸਾਡੇ ਪਰਿਵਾਰ ਨੇ। ਕਿਸਾਨ ਕਹਿੰਦੇ ਨੇ ਕਿ ਸਿੰਘੂ ਬਾਰਡਰ ਉੱਤੇ ਸਿਰਫ ਪਿਆਰ ਹੈ ਤੇ ਪਿਆਰ ਤੋਂ ਬਿਨਾਂ ਹੋਰ ਕੁਝ ਨਹੀਂ ਹੈ, ਪਰ ਹਕੂਮਤ ਨੂੰ ਇਹ ਜਿਹੜੇ ਕਿਸਾਨ ਹੈਗੇ ਨੇ ਉਹ ਦਹਿਸ਼ਤਗਰਦ ਦਿਸਦੇ ਨੇ। ਇਸ ਵਾਰੀ ਕਿਸਾਨ ਮੋਰਚੇ ਨੇ ਸਭ ਨੂੰ ਸੱਦਿਆ ਸੀ ਕਿ ਆਓ ਦੀਵਾਲੀ ਮੌਕੇ, ਬੰਦੀ ਛੋੜ ਦਿਵਸ ਮੌਕੇ ਸਾਡੇ ਮੋਰਚਿਆਂ ਤੇ ਆ ਕੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਦੇ ਕੇ ਦੀਵੇ ਜਗਾ ਕੇ ਦੀਵਾਲੀ ਮਨਾਓ। ਕਿਸਾਨਾਂ ਨੇ ਇਸ ਵਾਰੀ ਕਾਲੀ ਦੀਵਾਲੀ ਮਨਾਉਣ ਤੋਂ ਗੁਰੇਜ਼ ਕੀਤਾ, ਕਿਉਂਕਿ ਪਿਛਲੀ ਵਾਰੀ ਜਦੋਂ ਦੁਸਹਿਰੇ ਮੌਕੇ ਆਪਣਾ ਜਿਹੜਾ ਹੈਗਾ ਪੁਤਲੇ ਫੂਕਣ ਦੀ ਗੱਲ ਕੀਤੀ ਸੀ ਤਾਂ ਉਦੋਂ ਬੀਜੇਪੀ ਨੇ ਇਸ ਨੂੰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਸੀ। ਬਰਨਾਲਾ ਦੀਆਂ ਤਸਵੀਰਾਂ ਦਿਖਾ ਦਿੰਦੇ ਹਾਂ, ਜਿੱਥੇ ਬੰਦੀ ਛੋੜ ਦਿਵਸ ਮੌਕੇ 6ਵੇਂ ਪਾਤਸ਼ਾਹ ਜੀ ਦੇ ਜੀਵਨ ਅਤੇ ਸਿੱਖਿਆਵਾਂ ਤੇ ਚਰਚਾ ਕੀਤੀ ਗਈ। ਕਿਸਾਨ ਲੀਡਰਾਂ ਨੇ ਕਿਹਾ ਕਿ ਸਾਡੇ ਮੌਜੂਦਾ ਸ਼ਾਸਕ ਵੀ ਲੋਕਾਂ ਨੂੰ ਸਲਾਖਾਂ ਪਿੱਛੇ ਬੰਦ ਕਰਨ ਦੇ ਪੱਖ ਤੋਂ ਉਸ ਸਮੇਂ ਦੇ ਰਾਜੇ ਜਹਾਂਗੀਰ ਤੋਂ ਕਿਸੇ ਗੱਲੋਂ ਘੱਟ ਨਹੀਂ। ਦਰਜਨਾਂ ਬੁੱਧੀਜੀਵੀ ਬਿਨਾਂ ਕਿਸੇ ਦੋਸ਼ ਤੋਂ ਕਈ ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਨੇ, ਜੋ ਕਿ ਬੰਦੀਆਂ ਨੂੰ ਛੁਡਾਉਣ ਦੇ ਲਈ ਸਾਨੂੰ ਸਿਰਫ ਜਥੇਬੰਦਕ ਏਕੇ ਦਾ ਹੀ ਸਹਾਰਾ ਹੈ ਅਤੇ ਇਸ ਏਕੇ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ। ਸੋ ਇੱਥੇ ਕਿਸਾਨਾਂ ਨੇ ਮੋਮਬੱਤੀਆਂ ਬਾਲ ਕੇ ਤੇ 2 ਮਿੰਟ ਦਾ ਮੌਨ ਧਾਰਨ ਕਰਕੇ ਸਾਰੇ ਸ਼ਹੀਦਾਂ ਨੂੰ, ਕਿਸਾਨੀ ਘੋਲ ਦੇ ਜਿਹੜੇ ਸ਼ਹੀਦ ਨੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਹਨਾਂ ਨੇ ਕਿਹਾ ਕਿ ਜਿਵੇਂ ਜਿਵੇਂ ਸਾਡੇ ਸ਼ਹੀਦਾਂ ਦੀ ਲਾਈਨ ਲੰਬੀ ਹੋ ਰਹੀ ਹੈ, ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸਾਡਾ ਅਹਿਦ ਹੋਰ ਵੀ ਪੱਕਾ ਹੋ ਰਿਹਾ ਹੈ।
ਬਠਿੰਡਾ ਤੇ ਮਾਨਸਾ ਯਾਨੀ ਕਿ ਸਾਰੇ ਨਰਮਾ ਪੱਟੀ ਵਾਲੇ ਕਿਸਾਨਾਂ ਦੀ ਵੀ ਇਸ ਵਾਰੀ ਕਾਲੀ ਦੀਵਾਲੀ ਰਹੀ ਹੈ, ਕਿਉਂਕਿ ਨਰਮੇ ਦਾ ਮੁਆਵਜ਼ਾ ਨਹੀਂ ਮਿਲ ਰਿਹਾ ਉਸ ਤਰੀਕੇ ਦੇ ਨਾਲ ਜਿਸ ਢੰਗ ਦੇ ਨਾਲ ਨਰਮੇ ਦਾ ਨੁਕਸਾਨ ਹੋਇਆ। ਤੇ ਪੰਜਾਬ ਦੇ ਵਿੱਚ 16 ਸਾਲਾਂ ਤੋਂ ਦੀਵਾਲੀ ਦਾ ਤੋਹਫਾ ਉਡੀਕਦੇ ਕੱਚੇ ਮੁਲਾਜ਼ਮ ਹਾਲੇ ਤੱਕ ਖਾਲੀ ਹੱਥ ਬੈਠੇ ਨੇ। ਕੋਈ ਵੀ ਸਰਕਾਰ ਸਾਰ ਨਹੀਂ ਲੈ ਰਹੀ। ਹਰ ਸਾਲ ਦੀਵਾਲੀ ਦੇ ਤਿਉਹਾਰ ਦੇ ਮੌਕੇ ਸਰਕਾਰਾਂ ਆਮ ਜਨਤਾ ਦੇ ਲਈ ਕਈ ਤਰ੍ਹਾਂ ਦੇ ਐਲਾਨਾਂ ਦੀ ਝੜੀ ਲਾਉਂਦੀਆਂ ਨੇ, ਪਰ ਉਹਨਾਂ ਵਿੱਚੋਂ ਪੂਰੇ ਕਿੰਨੇ ਹੁੰਦੇ ਨੇ ਇਹ ਸਭ ਜੱਗ ਜ਼ਾਹਿਰ ਹੈ। ਪੰਜਾਬ ਦੇ ਕੱਚੇ ਮੁਲਾਜ਼ਮ ਪਿਛਲੇ 16-17 ਸਾਲਾਂ ਤੋਂ ਦੀਵਾਲੀ ਦੇ ਤੋਹਫੇ ਨੂੰ ਉਡੀਕਦੇ ਆ ਰਹੇ ਨੇ। ਸਮੇਂ ਦੀਆਂ ਸਰਕਾਰਾਂ ਹਰ ਸਾਲ ਦੀਵਾਲੀ ਤੋਂ ਪਹਿਲਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਵੱਡੇ ਐਲਾਨ ਕਰਦੀਆਂ ਨੇ, ਪਰ ਹਰ ਵਾਰੀ ਕੱਚੇ ਮੁਲਾਜ਼ਮਾਂ ਦੀ ਦੀਵਾਲੀ ਹੈ ਜਿਹੜੀ ਉਹ ਫਿੱਕੀ ਰਹਿੰਦੀ ਹੈ। 16 ਸਾਲਾਂ ਤੋਂ ਸਰਕਾਰ ਦਾ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਦੀ ਕਦੋਂ ਸੁਣੇਗੀ ਸਰਕਾਰ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਪਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ ਸਾਰਿਆਂ ਨੂੰ ਜ਼ਰੂਰ ਦਿੱਤੀਆਂ ਨੇ। ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਆਓ ਰੌਸ਼ਨੀਆਂ ਦਾ ਪਵਿੱਤਰ ਤਿਉਹਾਰ ਅਸੀਂ ਰਵਾਇਤੀ ਤਰੀਕੇ ਰਾਹੀਂ ਮਨਾਉਂਦੇ ਹੋਏ ਏਕਤਾ ਤੇ ਸਦਭਾਵਨਾ ਦੀਆਂ ਭਾਵਨਾਵਾਂ ਨਾਲ ਖੁਸ਼ੀਆਂ ਤੇ ਚਾਵਾਂ ਦੇ ਦੀਵੇ ਬਾਲੀਏ। ਮੁੱਖ ਮੰਤਰੀ ਚੰਨੀ ਨੇ ਸਾਰੇ ਲੋਕਾਂ ਨੂੰ ਖਾਸ ਕਰਕੇ ਸਿੱਖ ਪੰਥ ਨੂੰ ਬੰਦੀ ਛੋੜ ਦਿਵਸ ਦੇ ਇਤਿਹਾਸਿਕ ਦਿਹਾੜੇ ਦੀ ਵੀ ਨਿੱਘੀ ਮੁਬਾਰਕਬਾਦ ਦਿੱਤੀ। ਕਿਹਾ ਕਿ ਇਹ ਦਿਵਸ 1612 ਦੇ ਵਿੱਚ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਲੋਂ ਦੀਵਾਲੀ ਵਾਲੇ ਦਿਨ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਹਿੰਦੂ ਰਾਜਿਆਂ ਨੂੰ ਰਿਹਾ ਕਰਵਾਉਣ ਦੇ ਮੌਕੇ ਵਜੋਂ ਮਨਾਇਆ ਜਾਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਵਾਰ ਦੀ ਦੀਵਾਲੀ ਵੀ ਜਵਾਨਾਂ ਦੇ ਨਾਲ ਮਨਾਈ। ਦੀਵਾਲੀ ਮੌਕੇ ਖਾਸ ਤੌਰ ਤੇ ਉਹ ਜੰਮੂ ਕਸ਼ਮੀਰ ਦੇ ਨੌਸ਼ਹਿਰਾ ਪਹੁੰਚੇ, ਜਿੱਥੇ ਉਹਨਾਂ ਨੇ ਜਵਾਨਾਂ ਦੇ ਨਾਲ ਮੁਲਾਕਾਤ ਕੀਤੀ, ਦੀਵਾਲੀ ਦੀਆਂ ਵਧਾਈਆਂ ਦਿੱਤੀਆਂ ਤੇ ਮਾਰੇ ਗਏ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ, ਸ਼ਹੀਦ ਹੋਣ ਵਾਲੇ ਜਵਾਨਾਂ ਨੂੰ। हर दिवाली मैं मेरे परिवारजनों के बीच मनाने के लिए आता हूं, क्योंकि आप मेरे परिवारजन है, मैं आपका परिवार का साथी हूं। तो मैं यहाँ प्रधानमंत्री के रूप में नहीं आया हूं, मैं आपके परिवार के एक सदस्य के रूप में आया हूं। आप सभी के बीच आना, जो भाव अपने परिवार के बीच जाकर के होता है, वही भाव मेरे मन में होता है। और जब से मैं इस संवैधानिक जिम्मेवारी को संभाल रहा हूं, आज उसको 20 साल से भी अधिक समय हो गया। बहुत लंबे अरसे तक मुझे देशवासियों ने इस प्रकार की सेवा का मौका दिया। पहले गुजरात वालों ने दिया, अब देशवासियों ने दिया। लेकिन मैंने हर दिवाली सीमा पर तैनात आप मेरे परिवारजनों के बीच बिताई। आज मैं फिर आपके बीच आया हूं, आपसे एक नई ऊर्जा लेकर के जाऊंगा, नया उमंग लेकर के जाऊंगा, नया विश्वास लेकर के जाऊंगा। लेकिन मैं अकेला नहीं आया हूं, मैं मेरे साथ 130 करोड़ देशवासियों के आशीर्वाद आपको लेकर के आया हूं। ढेर सारा आशीर्वाद लेकर के आया हूं आपके लिए। आज शाम को दिवाली पर एक दिया आपकी वीरता को, आपके शौर्य को, आपके पराक्रम को, आपके त्याग और तपस्या के नाम पर, और जो लोग देश की रक्षा में जुटे हुए हैं, ऐसे आप सबके लिए हिंदुस्तान का हर नागरिक उस दिए की ज्योत के साथ आपको अनेक अनेक शुभकामनाएं भी देता रहेगा। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਸੋਸ਼ਲ ਮੀਡੀਆ ਦੇ ਜ਼ਰੀਏ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ ਨੇ। ਟਵੀਟ ਕੀਤਾ, ਮੈਂ ਆਪਣੇ ਸਾਰੇ ਹਿੰਦੂ ਭਾਈਚਾਰੇ ਨੂੰ ਦੀਵਾਲੀ ਦੀ ਮੁਬਾਰਕਬਾਦ ਦਿੰਦਾ ਹਾਂ। ਤੇ ਇਸ ਮੌਕੇ ਕੇਂਦਰ ਸਰਕਾਰ ਨੇ ਮਹਿੰਗਾਈ ਦੀ ਚੱਕੀ ਵਿੱਚ ਪਿਸ ਰਹੇ ਲੋਕਾਂ ਨੂੰ ਦੀਵਾਲੀ ਦਾ ਵੱਡਾ ਤੋਹਫਾ ਦਿੱਤਾ ਹੈ। ਵੋਟਰਾਂ ਦੇ ਵੱਲੋਂ ਭਾਰਤੀ ਜਨਤਾ ਪਾਰਟੀ ਨੂੰ ਤਕੜਾ ਝਟਕਾ ਦੇਣ ਤੋਂ ਅਗਲੇ ਦਿਨ ਹੀ ਕੇਂਦਰ ਸਰਕਾਰ ਨੇ ਆਮ ਲੋਕਾਂ ਨੂੰ ਵੱਡਾ ਤੋਹਫਾ ਦੇ ਦਿੱਤਾ। ਕੇਂਦਰੀ ਵਿੱਤ ਮੰਤਰਾਲੇ ਨੇ ਪੈਟਰੋਲ ਤੇ 5 ਰੁਪਏ ਅਤੇ ਡੀਜ਼ਲ ਤੇ 10 ਰੁਪਏ ਪ੍ਰਤੀ ਲੀਟਰ ਐਕਸਾਈਜ਼ ਡਿਊਟੀ ਘਟਾ ਦਿੱਤੀ ਹੈ। ਕੇਂਦਰ ਦੇ ਇਸ ਫੈਸਲੇ ਦਾ ਜਨਤਾ ਨੂੰ ਦੋਹਰਾ ਲਾਭ ਮਿਲਣ ਵਾਲਾ ਹੈ, ਕਿਉਂਕਿ ਹੁਣ ਸੂਬੇ ਵੀ ਵੈਟ ਨੂੰ ਘਟਾਉਣ ਦੇ ਪਾਬੰਦ ਹੋ ਗਏ ਨੇ। ਸੂਬਿਆਂ ਨੂੰ ਘਟਾਉਣਾ ਹੀ ਪਵੇਗਾ। ਅਜਿਹੇ ਸੰਕੇਤ ਕੇਂਦਰ ਵੱਲੋਂ ਦਿੱਤੇ ਗਏ ਨੇ ਤੇ ਇਹਦੇ ਨਾਲ
ਪੈਟਰੋਲ ਤੇ ਡੀਜ਼ਲ ਦੇ ਭਾਅ ਵਿੱਚ ਹੋਰ ਕਮੀ ਆਵੇਗੀ। ਕੇਂਦਰ ਨੇ ਫੈਸਲਾ 3 ਲੋਕ ਸਭਾ ਤੇ 29 ਵਿਧਾਨ ਸਭਾ ਹਲਕਿਆਂ ਦੇ ਨਤੀਜੇ ਆਉਣ ਤੋਂ ਅਗਲੇ ਦਿਨ ਹੀ ਲਿਆ ਗਿਆ, ਜਿਸ ਨੂੰ ਵੋਟਰਾਂ ਦਾ ਪਹਿਲਾ ਝਟਕਾ ਮੰਨਿਆ ਜਾ ਰਿਹਾ ਹੈ। ਤੇ ਕੇਂਦਰ ਦੇ ਇਸ ਐਲਾਨ ਤੋਂ ਬਾਅਦ ਕਈ ਸੂਬਿਆਂ ਨੇ ਵੀ ਪੈਟਰੋਲ ਡੀਜ਼ਲ ਤੇ ਵੈਟ ਦੀਆਂ ਦਰਾਂ ਵਧਾ ਦਿੱਤੀਆਂ ਨੇ। 7 ਤੋਂ 17 ਰੁਪਏ ਤੱਕ ਘੱਟ ਕੀਤੇ ਗਏ ਨੇ ਪੈਟਰੋਲ ਤੇ ਡੀਜ਼ਲ ਦੇ ਭਾਅ। ਸਭ ਤੋਂ ਪਹਿਲਾਂ ਘਟਾਇਆ ਹੈ ਕਰਨਾਟਕਾ ਨੇ, 7 ਰੁਪਏ ਦੀ ਛੋਟ ਦਿੱਤੀ ਹੈ। यूपी ਦੇ ਵਿੱਚ 12 ਰੁਪਏ ਦੀ ਛੋਟ ਦੇ ਦਿੱਤੀ ਗਈ ਹੈ। ਅਸਾਮ ਦੇ ਵਿੱਚ 7 ਰੁਪਏ ਦੀ ਛੋਟ, ਯਾਨੀ ਕਿ ਕੇਂਦਰ ਸਰਕਾਰ ਦਾ ਜਿਹੜਾ ਵੈਟ ਘਟਾਇਆ ਗਿਆ ਉਹ ਤਾਂ ਵੱਖਰਾ ਹੈ ਤੇ ਜਿਹੜਾ ਸੂਬਾ ਸਰਕਾਰਾਂ ਦਾ ਵੈਟ ਉਹ ਵੱਖਰਾ ਹੁੰਦਾ ਹੈ ਤੇ ਸੂਬਾ ਸਰਕਾਰਾਂ ਨੇ ਇਹ ਹੋਰ ਵੈਟ ਘਟਾ ਦਿੱਤਾ ਹੈ। ਗੁਜਰਾਤ ਸਰਕਾਰ ਨੇ ਵੀ 7 ਰੁਪਏ ਦੀ ਛੋਟ ਦੇਣ ਦਾ ਐਲਾਨ ਕਰ ਦਿੱਤਾ ਹੈ। ਤ੍ਰਿਪੁਰਾ ਸਰਕਾਰ ਨੇ ਵੀ 7 ਰੁਪਏ ਦੀ ਛੋਟ ਦੇਣ ਦਾ ਐਲਾਨ ਕੀਤਾ ਹੈ। ਗੋਆ ਦੇ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ 12 ਰੁਪਏ ਅਤੇ 17 ਰੁਪਏ ਦੀ ਛੋਟ ਦਿੱਤੀ ਗਈ ਹੈ। ਸਭ ਤੋਂ ਵੱਡੀ ਛੋਟ ਮੰਨੀ ਜਾ ਸਕਦੀ ਹੈ। ਕਰਨਾਟਕਾ ਦੇ ਮੁੱਖ ਮੰਤਰੀ ਨੇ ਟਵੀਟ ਕਰਕੇ ਦੱਸਿਆ ਹੈ ਕਿ ਭਾਵੇਂ ਇਸ ਨਾਲ ਸਾਨੂੰ 2100 ਕਰੋੜ ਰੁਪਏ ਦਾ ਵਾਧੂ ਵਿੱਤੀ ਬੋਝ ਪਵੇਗਾ, ਪਰ ਫਿਰ ਵੀ ਅਸੀਂ ਕੀਮਤਾਂ ਘਟਾ ਰਹੇ ਹਾਂ। ਤੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੇ ਵੈਟ ਆਪਣੇ ਵੱਲੋਂ ਘਟਾਉਣ ਦਾ ਹਾਲੇ ਕੋਈ ਐਲਾਨ नहीं किया ते अकाली दल के प्रधान सुखबीर सिंह बादल ने इस ते जरूर तंज कसिया है। सुखबीर बादल ने कहा कि तेल दीयां उच्चियां दरां ने लोकां दीयां जेबां खा लईआं ने, केंद्र वल्लों देरी नाल घटाए गए रेट अधूरी व्यवस्था है ते मुख मंत्री चरणजीत सिंह चन्नी नूं भी होर सूबियां दी तर्ज ते असमानी छू रहे पेट्रोल ते डीजल दे रेट 10-10 रुपये घट करने चाहिए ने। पंजाब पहलां ही काफ़ी नुकसान झल चुक्या ते पेट्रोल डीजल दे भाव घटाउण दे उत्ते प्रियंका गांधी ने मोदी सरकार ते तंज कसिया। प्रियंका ने ट्वीट करके कहा कि ਇਹ ਦਿਲ ਤੋਂ ਨਹੀਂ ਡਰ ਤੋਂ ਲਿਆ ਗਿਆ ਫੈਸਲਾ, ਯਾਨੀ ਕਿ ਦਿਲੋਂ ਨਹੀਂ ਬਲਕਿ ਡਰ ਕਾਰਨ ਲਿਆ ਗਿਆ ਫੈਸਲਾ ਹੈ। ਵਸੂਲੀ ਸਰਕਾਰ ਦੀ ਲੁੱਟ ਦਾ ਜਵਾਬ ਆਉਣ ਵਾਲੀਆਂ ਚੋਣਾਂ ਦੇ ਵਿੱਚ ਦੇਣਾ ਹੀ ਪਵੇਗਾ। ਕਾਂਗਰਸ ਦੇ ਸੀਨੀਅਰ ਲੀਡਰ ਰਣਦੀਪ ਸੁਰਜੇਵਾਲਾ ਨੇ ਵੀ ਟਵੀਟ ਕੀਤਾ, ਕਹਿੰਦੇ ਇਸ ਸਾਲ ਪੈਟਰੋਲ ਦੀ ਕੀਮਤ 28 ਰੁਪਏ ਤੇ ਡੀਜ਼ਲ ਦਾ ਭਾਅ 26 ਰੁਪਏ ਵਧਾਇਆ ਗਿਆ। ਦੇਸ਼ ਦੀਆਂ 14 ਸੀਟਾਂ ਤੇ ਜ਼ਿਮਨੀ ਚੋਣਾਂ ਹਾਰਨ ਤੋਂ ਬਾਅਦ ਪੈਟਰੋਲ ਤੇ ਡੀਜ਼ਲ ਦੇ ਭਾਅ ਵਿੱਚ 5 ਰੁਪਏ ਤੇ 10 ਰੁਪਏ ਦੀ ਕਟੌਤੀ ਵੀ ਪ੍ਰਧਾਨ ਮੰਤਰੀ ਦਾ ਦੀਵਾਲੀ ਦਾ ਤੋਹਫਾ ਬਣ ਗਈ ਹੈ। ਹੇ ਰਾਮ, ਹੱਦ ਹੈ। ਸੁਰਜੇਵਾਲਾ ਨੇ ਅੱਗੇ ਕਿਹਾ ਕਿ ਟੈਕਸ ਜੀਵੀ ਮੋਦੀ ਸਰਕਾਰ ਨੂੰ ਸਬਕ ਸਿਖਾਉਣ ਲਈ ਦੇਸ਼ ਵਾਸੀਆਂ ਨੂੰ ਵਧਾਈ। ਲੋਕਤੰਤਰ ਵਿੱਚ ਵੋਟ ਦੀ ਸੱਟ ਨੇ ਭਾਜਪਾ ਨੂੰ ਸੱਚ ਦਾ ਸ਼ੀਸ਼ਾ ਦਿਖਾ ਦਿੱਤਾ ਹੈ। ਯਾਦ ਰੱਖਿਓ, ਮਈ 2014 ਵਿੱਚ ਪੈਟਰੋਲ 71 ਰੁਪਏ 41 ਪੈਸੇ ਤੇ ਡੀਜ਼ਲ 55 ਰੁਪਏ 49 ਪੈਸੇ ਸੀ ਤੇ ਉਦੋਂ ਕੱਚਾ ਤੇਲ $105 ਤੋਂ ਵੱਧ ਸੀ ਤੇ ਅੱਜ ਕੱਚਾ ਤੇਲ $82 ਪ੍ਰਤੀ ਬੈਰਲ ਹੈ ਤੇ ਅਜਿਹੇ ਵਿੱਚ ਕੀਮਤ 2014 ਦੇ ਬਰਾਬਰ ਕਦੋਂ ਆਏਗੀ? ਉਹਨਾਂ ਨੇ ਅੰਕੜਿਆਂ ਦੇ ਨਾਲ ਗੱਲ ਕੀਤੀ ਹੈ। ਕਾਂਗਰਸੀ ਲੀਡਰ ਪਵਨ ਖੇੜਾ ਨੇ ਵੀ ਕਿਹਾ ਕਿ बीजेपी उप चोणां दे नतीजे देख के हैरान रह गई है, इस करके पेट्रोल ते डीजल दे भाव घटा दिते ने। श्री गुरु ग्रंथ साहिब जी की बेअदबी के मामले की जांच कर रही सिट 8 नवंबर ਨੂੰ रोहतक की सुनारिया जेल ਦੇ ਵਿੱਚ सजा कट रहे बलात्कारी ਤੇ ਕਾਤਲ ਡੇਰਾ ਸਿਰਸਾ ਮੁਖੀ ਰਾਮ ਰਹੀਮ ਤੋਂ ਪੁੱਛ ਪੜਤਾਲ ਕਰੇਗੀ। ਸੂਤਰਾਂ ਦੇ ਮੁਤਾਬਿਕ ਟੀਮ ਦੇ ਵੱਲੋਂ ਰਾਮ ਰਹੀਮ ਕੋਲੋਂ ਪੁੱਛੇ ਜਾਣ ਵਾਲੇ ਸਵਾਲਾਂ ਦੀ ਸੂਚੀ ਤਿਆਰ ਕਰ ਲਈ ਗਈ ਹੈ। ਰਾਮ ਰਹੀਮ 3 ਵੱਖ-ਵੱਖ ਕੇਸਾਂ ਦੇ ਵਿੱਚ ਸਜ਼ਾ ਕੱਟ ਰਿਹਾ ਹੈ। ਇਸ ਤੋਂ ਪਹਿਲਾਂ ਵੀ ਰਾਮ ਰਹੀਮ ਕੋਲੋਂ ਸਿਟ ਪੁੱਛ ਪੜਤਾਲ ਕਰਨ ਗਈ ਸੀ, ਪਰ ਜੇਲ੍ਹ ਅਧਿਕਾਰੀਆਂ ਨੇ ਵਾਪਸ ਮੋੜ ਦਿੱਤਾ ਸੀ। ਫਰੀਦਕੋਟ ਦੀ ਇੱਕ ਅਦਾਲਤ ਨੇ ਰਾਮ ਰਹੀਮ ਨੂੰ ਹਰਿਆਣਾ ਤੋਂ ਪ੍ਰੋਡਕਸ਼ਨ ਵਾਰੰਟ ਤੇ ਪੰਜਾਬ ਲਿਆਉਣ ਦੇ ਹੁਕਮ ਦਿੱਤੇ ਸੀ, ਜਿਸ ਤੇ ਮੁਲਜ਼ਮ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਸਟੇ ਲੈ ਲਈ ਸੀ। ਇਸ ਵਾਰੀ ਟੀਮ ਨੂੰ ਜੇਲ੍ਹ ਅਧਿਕਾਰੀ ਰਾਮ ਰਹੀਮ ਤੋਂ ਪੁੱਛ ਪੜਤਾਲ ਕਰਨ ਦੀ ਇਜਾਜ਼ਤ ਦਿੰਦੇ ਨੇ ਜਾਂ ਨਹੀਂ ਦਿੰਦੇ, ਇਹ ਹਾਲ ਦੀ ਘੜੀ ਹਲੇ ਸਵਾਲ ਹੀ ਹੈ। ਪੰਜਾਬ ਦੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਦੇ ਵੱਲੋਂ ਚੀਫ ਵਿਜੀਲੈਂਸ ਅਧਿਕਾਰੀ ਬੀਕੇ ਉੱਪਲ ਅਤੇ ਹੋਰਨਾਂ ਦੇ ਖਿਲਾਫ ਦਾਇਰ ਪਟੀਸ਼ਨ ਤੇ ਸੁਣਵਾਈ ਤੋਂ ਇਨਕਾਰ ਕਰਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਐਚ.ਐਸ. ਸਿੱਧੂ ਨੇ ਆਪਣੇ ਆਪ ਨੂੰ ਕੇਸ ਤੋਂ ਅਲੱਗ ਕਰ ਲਿਆ। ਉਹਨਾਂ ਨੇ ਚੀਫ ਜਸਟਿਸ ਨੂੰ ਕੇਸ ਰੈਫਰ ਕਰਦਿਆਂ ਨਵੇਂ ਬੈਂਚ ਦੇ ਗਠਨ ਦੀ ਮੰਗ ਕੀਤੀ ਹੈ। ਸੁਮੇਧ ਸਿੰਘ ਸੈਣੀ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਸੀ ਕਿ ਉਹ ਹਾਈ ਕੋਰਟ ਦੇ ਹੁਕਮਾਂ ਤੇ 18 ਅਗਸਤ ਨੂੰ ਵਿਜੀਲੈਂਸ ਦੇ ਮੁਹਾਲੀ ਵਿਚਲੇ ਦਫ਼ਤਰ ਵਿਖੇ ਕੇਸ ਦੀ ਜਾਂਚ ਵਿੱਚ ਸ਼ਾਮਿਲ ਹੋਣ ਲਈ ਗਏ ਸੀ, ਪਰ ਜ਼ਮਾਨਤ ਹੋਣ ਦੇ ਬਾਵਜੂਦ ਵਿਜੀਲੈਂਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਉਸ ਤੋਂ ਬਾਅਦ ਹਾਈ ਕੋਰਟ ਦੇ ਵੱਲੋਂ ਉਸ ਨੂੰ ਗੈਰ ਕਾਨੂੰਨੀ ਤੌਰ ਤੇ ਹਿਰਾਸਤ ਵਿੱਚ ਰੱਖਣ ਦੇ ਵਿਰੁੱਧ ਦਾਇਰ ਅਰਜ਼ੀ ਦੇ ਉੱਤੇ 19 ਅਗਸਤ ਦੀ ਦੇਰ ਰਾਤ ਰਿਹਾ ਕਰ ਦਿੱਤਾ ਸੀ। ਸੈਣੀ ਨੇ ਦੋਸ਼ ਲਾਇਆ ਹੈ ਕਿ ਮੈਨੂੰ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਗ੍ਰਿਫਤਾਰ ਕੀਤਾ ਗਿਆ ਸੀ, ਜਿਹੜੀ ਕਿ ਕੋਰਟ ਦੀ ਹੱਦ ਤੱਕ ਹੈ। ਪਟੀਸ਼ਨ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਵਿਜੀਲੈਂਸ ਨੇ ਮੇਰੇ ਨਾਲ ਇਹ ਵਰਤਾਰਾ ਵਿਧਾਨ ਸਭਾ ਦੀਆਂ ਅਗਲੀਆਂ ਚੋਣਾਂ ਦੇ ਵਿੱਚ ਸਿਆਸੀ ਲਾਹਾ ਲੈਣ ਲਈ ਕੀਤਾ ਸੀ। ਪਟੀਸ਼ਨ ਦੇ ਵਿੱਚ ਚੀਫ ਵਿਜੀਲੈਂਸ ਅਫਸਰ ਬੀਕੇ ਉੱਪਲ, ਸੰਯੁਕਤ ਨਿਰਦੇਸ਼ਕ ਵਰਿੰਦਰ ਸਿੰਘ ਬਰਾੜ ਅਤੇ ਡੀਐਸਪੀ ਵਰਿੰਦਰ ਸਿੰਘ ਨੂੰ ਧਿਰ ਬਣਾਇਆ ਗਿਆ ਹੈ। ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬਰਨਾਲਾ ਜੇਲ੍ਹ ਦੇ ਕੈਦੀ ਨਾਲ ਵਾਪਰੀ ਘਟਨਾ ਦੀ ਡੂੰਘਾਈ ਨਾਲ ਪੜਤਾਲ ਕਰਨ ਦੇ ਆਦੇਸ਼ ਦੇ ਦਿੱਤੇ ਨੇ। ਜ਼ਿਲ੍ਹਾ ਜੇਲ੍ਹ ਬਰਨਾਲਾ ਦੇ ਕੈਦੀ ਕਰਮਜੀਤ ਸਿੰਘ ਦੇ ਵੱਲੋਂ ਮਾਨਸਾ ਵਿੱਚ ਪੇਸ਼ੀ ਦੌਰਾਨ ਜੇਲ੍ਹ ਸਟਾਫ ਤੇ ਕਥਿਤ ਤੌਰ ਤੇ ਆਪਣੇ ਸਰੀਰ ਤੇ ਆਪੱਤੀਜਨਕ ਸ਼ਬਦ ਲਿਖੇ ਹੋਣ ਦੇ ਦੋਸ਼ ਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਉਪ ਮੁੱਖ ਮੰਤਰੀ ਨੇ ਹੁਕਮ ਦਿੱਤੇ ਨੇ। ਉਸ ਦੀ ਪਿੱਠ ਦੇ ਉੱਤੇ ਅੱਤਵਾਦੀ ਲਿਖ ਦਿੱਤਾ ਗਿਆ ਸੀ ਗਰਮ ਲੋਹੇ ਦੀ ਰੋਡ ਦੇ ਨਾਲ।
ਰੰਧਾਵਾ ਦੇ ਕੋਲ ਜੇਲ੍ਹ ਵਿਭਾਗ ਵੀ ਹੈ। ਉਹਨਾਂ ਨੇ ਏਡੀਜੀਪੀ ਜੇਲ੍ਹਾਂ ਨੂੰ ਇਸ ਮਾਮਲੇ ਦੀ ਡੂੰਘਾਈ ਤੱਕ ਜਾਂਚ ਕਰਨ ਅਤੇ ਮਾਮਲੇ ਦੀ ਤਹਿ ਤੱਕ ਜਾਣ ਲਈ ਕੈਦੀ ਦਾ ਮੈਡੀਕਲ ਕਰਵਾਉਣ ਦੇ ਹੁਕਮ ਵੀ ਦੇ ਦਿੱਤੇ ਨੇ। ਅੰਮ੍ਰਿਤਸਰ ਤੋਂ ਗੋਆ ਦੇ ਲਈ ਸਿੱਧੀ ਉਡਾਨ ਸ਼ੁਰੂ ਹੋ ਗਈ ਹੈ। ਗੋ ਇੰਡੀਗੋ ਨੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗੋਆ ਦੇ ਲਈ ਸਿੱਧੀ ਉਡਾਨ ਦਾ ਐਲਾਨ ਕੀਤਾ ਹੈ। ਇਹਨਾਂ ਦੋਵਾਂ ਸ਼ਹਿਰਾਂ ਦੇ ਵਿਚਾਲੇ 10 ਨਵੰਬਰ ਤੋਂ ਉਡਾਣਾਂ ਸ਼ੁਰੂ ਹੋ ਜਾਣਗੀਆਂ, ਜਿਸ ਦੀ ਬੁਕਿੰਗ ਵੀ ਗੋ ਇੰਡੀਗੋ ਨੇ ਆਪਣੀ ਵੈਬਸਾਈਟ ਤੇ ਸ਼ੁਰੂ ਕਰ ਦਿੱਤੀ ਹੈ। ਇਸ ਦੀ ਟਿਕਟ 4600 ਰੁਪਏ ਰੱਖੀ ਗਈ ਹੈ, ਯਾਨੀ ਕਿ 4600 ਰੁਪਏ। ਹੁਣ ਸਿਰਫ 3 ਘੰਟੇ ਦੇ ਵਿੱਚ ਤੁਸੀਂ ਅੰਮ੍ਰਿਤਸਰ ਤੋਂ ਗੋਆ ਜਾ ਸਕੋਗੇ। ਗੋ ਇੰਡੀਗੋ ਦੀ ਫਲਾਈਟ ਨੰਬਰ 6E6064 ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰਾਤ 10:30 ਵਜੇ ਉਡਾਨ ਭਰੇਗੀ। 3 ਘੰਟਿਆਂ ਦੇ ਬਾਅਦ ਇਹ ਫਲਾਈਟ ਗੋਆ ਦੇ ਦਾਬੋਲਿਮ 에ਅਰਪੋਰਟ ਦੇ ਉੱਤੇ ਰਾਤ 1:35 ਤੇ ਲੈਂਡ ਕਰੇਗੀ। ਗੋਆ ਤੋਂ ਵੀ ਇਹ ਫਲਾਈਟ ਰਾਤ ਨੂੰ ਹੀ ਚੱਲ ਰਹੀ ਹੈ। ਇਹ ਉਡਾਨ ਗੋਆ ਤੋਂ ਰਾਤ 12:05 ਤੇ ਟੇਕ ਆਫ ਕਰੇਗੀ ਤੇ ਰਾਤ 3:10 ਤੇ ਅੰਮ੍ਰਿਤਸਰ ਲੈਂਡ ਕਰੇਗੀ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਯੋਗੇਸ਼ ਕਾਮਰਾ ਨੇ ਜਾਣਕਾਰੀ ਦਿੱਤੀ ਹੈ ਕਿ ਗੋਆ 에ਅਰਪੋਰਟ ਦੇ ਸਲਾਟ ਦੇ ਵਿੱਚ ਮੁਸ਼ਕਿਲ ਕਾਰਨ ਇਹ ਫਲਾਈਟ ਰਾਤ ਦੇ ਸਮੇਂ ਚਲਾਈ ਜਾ ਰਹੀ ਹੈ। ਪੰਜਾਬ ਦੀਆਂ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।